ਕੱਲ ਪੰਜਾਬ ਯੂਨੀਵਰਸਿਟੀ ਦੇ ਚੋਣ ਹੁੰਦੇ ਨੇ ਔਰ ਉਸ ਦੇ ਨਤੀਜੇ ਜਦੋਂ ਆਉਂਦੇ ਨੇ ਤੇ ਕਾਫੀਆਂ ਸਾਰੀਆਂ ਚੀਜ਼ਾਂ ਕਾਫੀ ਸਾਰੇ ਵਹਿਮ ਕਈਆਂ ਦੇ ਨਿਕਲੇ ਨੇ। ਉਸ ਦੇ ਨਾਲ ਜੇਕਰ ਕਹੀਏ ਤੇ ਮੌਜੂਦਾ ਸਰਕਾਰ ਦੀ, ਜੇਕਰ ਸਟੂਡੈਂਟ ਯੂਨੀਅਨ ਦੀ ਕਹੀਏ ਤੇ ਉਸ ਨੂੰ ਇੱਕ ਵੱਡੀ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਸੀ ਕਿ ਮੈਂਡੇਟ ਦੇ ਨਾਲ ਉਹ ਲੀਡ ਕਰੂਗੀ, ਲੇਕਿਨ ਉਹ ਵੀ ਕਿੱਥੇ ਨਾ ਕਿੱਥੇ ਪਿੱਛੇ ਰਹਿ ਗਈ। ਉਸ ਤੋਂ ਬਾਅਦ 6 ਸਾਲ ਬਾਅਦ NSUI ਨੇ ਇੱਕ ਵਾਰ ਫਿਰ ਆਪਣਾ ਝੰਡਾ ਪ੍ਰੈਜ਼ੀਡੈਂਟ ਦੀ ਪੋਸਟ ਤੇ ਕੱਢਿਆ। ਹੋਰ ਕਈ ਨਵੀਂ ਪਾਰਟੀਆਂ ਸੀਗੀਆਂ ਜਿਹੜੀ ਇਸ ਦੌੜ ਦੇ ਵਿੱਚ ਸੀਗੀਆਂ। ਇਸ ਦੇ ਵਿੱਚ ਜੇਕਰ ਜ਼ਿਕਰ ਕਰਾਂ ਸੱਥ ਦਾ, ਕਿਉਂਕਿ ਸੱਥ ਦੀ ਸ਼ੁਰੂਆਤ ਪਿਛਲੇ ਇਲੈਕਸ਼ਨ ਦੇ ਵਿੱਚ ਹੋਈ ਸੀ ਔਰ ਇਸ ਇਲੈਕਸ਼ਨ ਦੇ ਵਿੱਚ ਜਦੋਂ ਉਪ ਪ੍ਰਧਾਨ ਯਾਨੀ ਕਿ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਤੇ ਲੜੀ ਗਈ ਤਾਂ ਉਸ ਤੋਂ ਬਾਅਦ ਉਸ ਨੂੰ ਵੀ ਇੱਕ ਵੱਡੀ ਜਿੱਤ ਜਿਹੜੀ ਹੈ ਉਹ ਮਿਲੀ। ਔਰ ਇਹ ਜਿੱਤ ਰਮਨੀਕ ਕੌਰ ਜੋ ਕਿ ਇੱਕ ਕੁੜੀ ਕੈਂਡੀਡੇਟ ਸੀਗੀ ਔਰ 19 ਸਾਲਾਂ ਦੀ ਕੁੜੀ ਨੇ ਜੇਕਰ ਕਹੀਏ ਤਾਂ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਦੀ ਮੱਲਾਂ ਮਾਰੀਆਂ ਨੇ। ਔਰ ਮੇਰੇ ਨਾਲ ਅੱਜ ਮੌਜੂਦ ਹੈ ਔਰ ਉਸੇ ਸੱਥ ਦੇ ਵਿੱਚ ਉਹੀ ਮਾਹੌਲ ਹੈ। ਔਰ ਯੂਨੀਵਰਸਿਟੀ ਦੇ ਵਿੱਚ ਜੇਕਰ ਕਹੀਏ ਤਾਂ ਉਪ ਪ੍ਰਧਾਨ ਅੱਜ ਮੇਰੇ ਨਾਲ ਨੇ ਸੱਥ ਦੇ ਵਿੱਚ। ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਕਿ ਤੁਸੀਂ ਉਪ ਪ੍ਰਧਾਨ। ਥੈਂਕ ਯੂ ਸੋ ਮਚ, ਥੈਂਕ ਯੂ। ਰਮਨੀਕ ਕਿਵੇਂ ਵੇਖੀਏ, ਕਿਉਂਕਿ 19 ਸਾਲਾਂ ਦੀ ਕੁੜੀ ਨੇ ਜੇਕਰ ਕਹੀਏ ਕਿ ਸਿਆਸਤ ਦੇ ਵਿੱਚ ਪਹਿਲੀ ਵਾਰ ਕਦਮ ਰੱਖਿਆ ਔਰ ਪਹਿਲੀ ਵਾਰ ਹੀ ਉਪ ਪ੍ਰਧਾਨ ਦੀ ਕੁਰਸੀ ਤੇ ਬੈਠ ਗਈ। ਰਣਮੀਕ ਕੱਲੀ ਨਹੀਂ ਹੈ, ਰਣਮੀਕ ਸਿਰਫ ਸਾਥ ਆਰਗੇਨਾਈਜੇਸ਼ਨ ਕਰਕੇ ਹੈ ਤੇ ਸਟੂਡੈਂਟਸ ਕਰਕੇ ਹੈ। ਇਹਦੇ ਵਿੱਚ ਮੇਰੀ ਮਿਹਨਤ ਨਾਲੋਂ ਵੱਧ ਪੂਰੀ ਆਰਗੇਨਾਈਜੇਸ਼ਨ ਦੀ ਮਿਹਨਤ ਹੈ ਤੇ ਸਟੂਡੈਂਟਸ ਦਾ ਸਾਥ ਹੈ। ਅਸੀਂ ਜੋ ਸਟੂਡੈਂਟਸ ਤੱਕ ਇਹ ਚੀਜ਼ ਗੱਲ ਪਹੁੰਚਾਉਣਾ ਚਾਹੁੰਦੇ ਸੀ ਕਿ ਜਦੋਂ ਯੂਨੀਵਰਸਿਟੀ ਸਟੂਡੈਂਟਸ ਦੀ ਹੈ ਤਾਂ ਪਾਵਰ ਦੇ ਵਿੱਚ ਇੱਕ ਸਟੂਡੈਂਟ ਆਰਗੇਨਾਈਜੇਸ਼ਨ ਕਿਉਂ ਨਹੀਂ ਆਉਂਦੀ। ਜਦੋਂ ਯੂਨੀਵਰਸਿਟੀ ਦੇ ਵਿੱਚ 70 ਤੋਂ 75% ਕੁੜੀਆਂ ਨੇ ਤਾਂ ਪਾਵਰ ਦੇ ਵਿੱਚ ਕੁੜੀ ਕਿਉਂ ਨਹੀਂ ਆਉਂਦੀ। ਇਹ ਗੱਲ ਸਾਰਿਆਂ ਤੱਕ ਪਹੁੰਚੀ ਹੈ ਤੇ ਅੱਜ ਤੁਹਾਡੇ ਸਾਹਮਣੇ ਰਿਜ਼ਲਟਸ ਵੀ ਨੇ। ਅੱਛਾ, ਮੰਨਦੇ ਹੋ ਕਿ ਇਹ ਚੀਜ਼ ਤੇ ਜਦੋਂ ਤੁਸੀਂ ਜ਼ਿਕਰ ਕੀਤਾ ਹੈ ਕਿ ਹਾਂ ਕਿ ਕਿਤੇ ਨਾ ਕਿਤੇ ਸੀਗਾ ਕਿ ਪੋਲੀਟੀਕਲ ਪਾਰਟੀਆਂ ਦੇ ਵਿੰਗਸ ਨੇਗੇ ਔਰ ਜਦੋਂ ਸੱਤ ਦਾ ਜ਼ਿਕਰ ਹੋਇਆ, ਪਿਛਲੀ ਵਾਰ ਵੀ ਹੋਇਆ ਸੀ, ਕਹਿੰਦੇ ਸੱਤ ਦੀ ਆਵਾਜ਼ ਪੂਰੀ ਸੀ ਲੇਕਿਨ ਸੱਤ ਦੀ ਉਹ ਹਿਸਾਬ ਕਿਤਾਬ ਦੇ ਨਾਲ ਵੋਟਿੰਗ ਨਹੀਂ ਪਈ ਸੱਤ ਨੂੰ। ਇਸ ਵਾਰ ਇਸ ਤਰੀਕੇ ਦੀ ਉਮੀਦ ਸੀਗੀ ਕਿਉਂਕਿ ਇਸ ਵਾਰ ਤੇ ਤਿੰਨੋਂ ਚਾਰੋਂ ਪਾਰਟੀਆਂ ਦਾ ਜ਼ੋਰ ਪੂਰਾ ਲੱਗਿਆ ਹੋਇਆ ਸੀ, ਭਾਵੇਂ ABVP ਹੋਵੇ, NSUI ਹੋਵੇ, CYSS ਹੋਵੇ, ਹੋਰ ਵੀ ਕਾਫੀ ਵਿੰਗ ਸੀਗੇ ਜਿਹੜੇ ਪੋਲੀਟੀਕਲ ਨੇਗੇ। ਉਹਨਾਂ ਦਾ ਜ਼ੋਰ ਅਜਮਾਇਸ਼, ਕਿਉਂਕਿ ਚੋਣਾਂ ਵਿਧਾਨ ਸਭਾ ਦੀ ਵੀ ਹੋਈਆਂ ਨੇ ਤੇ ਲੋਕ ਸਭਾ ਦੀਆਂ ਆਉਣ ਵਾਲੀਆਂ ਨੇ, ਉਹ ਵੀ ਜ਼ੋਰ ਕਿਤੇ ਨਾ ਕਿਤੇ ਸੀਗਾ। ਜ਼ੋਰ ਤਾਂ ਸਾਰਿਆਂ ਦਾ ਹੀ ਲੱਗਿਆ ਹੋਇਆ ਸੀ ਪਰ ਸਾਡੀ ਆਰਗੇਨਾਈਜੇਸ਼ਨ ਨੇ ਵੀ ਪੂਰਾ ਜ਼ੋਰ ਲਾਇਆ ਹੋਇਆ ਸੀ। ਅਸੀਂ ਮਿਹਨਤ 2017 ਤੋਂ ਕਰ ਰਹੇ ਹਾਂ। 2017-18 ਦੇ ਵਿੱਚ ਇਹ ਆਰਗੇਨਾਈਜੇਸ਼ਨ ਡਿਸਕਸ਼ਨ ਗਰੁੱਪ ਸੀ। 2019 ਦੇ ਵਿੱਚ ਇਹ ਆਰਗੇਨਾਈਜੇਸ਼ਨ ਬਣੀ। ਪਿਛਲੇ ਸਾਲ ਅਸੀਂ ਪਹਿਲੀ ਵਾਰੀ ਇਲੈਕਸ਼ਨਸ ਲੜੇ ਤੇ ਇਸ ਵਾਰੀ ਸੈਕੰਡ ਟਾਈਮ ਲੜੇ। ਤਾਂ 2017 ਤੋਂ ਅਸੀਂ ਮਿਹਨਤ ਕਰ ਰਹੇ ਹਾਂ ਤੇ ਹੁਣ ਉਹ ਮਿਹਨਤ ਇੰਨੇ ਸਾਲਾਂ ਦੀ ਅੱਜ ਮੁੱਲ ਪਾ ਗਈ। ਕਹਿੰਦੇ ਗੱਲ ਪਾਵਰ, ਇੱਕ ਪਾਵਰ ਬੜੀ ਵੱਡੀ ਗੱਲ ਹੋਰ ਉਸ ਦੇ ਵਿੱਚ ਵੋਟ ਬੈਂਕ ਦਾ ਜ਼ਿਕਰ ਕੀਤਾ ਜਾਵੇ ਤੇ ਕਿਤੇ ਨਾ ਕਿਤੇ 65 ਤੋਂ 70% ਜਿਹੜੀਆਂ ਕੁੜੀਆਂ ਦੀ ਵੋਟ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ, ਕਿਤੇ ਸੱਥ ਦੀ ਇਹ ਸਟ੍ਰੈਟੇਜੀ ਤੇ ਨਹੀਂ ਸੀਗੀ ਕਿ ਕੁੜੀ ਨੂੰ ਖੜਾ ਲਈਏ ਤੇ ਸ਼ਾਇਦ ਕਿਤੇ ਨਾ ਕਿਤੇ ਜਿੱਤ ਸਕਦੇ ਹਾਂ। ਨਹੀਂ, ਸੱਥ ਦੀ ਇਹ ਸਟ੍ਰੈਟਜੀ ਨਹੀਂ ਸੀ। ਸੱਥ ਨੇ ਇਹ ਚੀਜ਼ ਅੱਗੇ ਰੱਖੀ ਹੈ ਕਿ ਹਰ ਪੋਲੀਟੀਕਲ ਪਾਰਟੀ ਆ ਕੇ ਬੋਲਦੀ ਜ਼ਰੂਰ ਹੈ, ਮੈਨੀਫੈਸਟੋ ਦੇ ਵਿੱਚ ਲਿਖਦੀ ਵੀ ਹੈ ਕਿ ਵੂਮਨ ਐਮਪਾਵਰਮੈਂਟ ਹੋਣਾ ਚਾਹੀਦਾ, ਪਰ ਜਦੋਂ ਪੋਸਟ ਇੱਕ ਕੁੜੀ ਨੂੰ ਦੇਣ ਦੀ ਗੱਲ ਆਉਂਦੀ ਹੈ ਤਾਂ ਉੱਥੇ ਇਹ ਕੁਐਸਚਨ ਚੁੱਕਿਆ ਜਾਂਦਾ ਹੈ ਕਿ ਕੀ ਉਹ ਮੁੰਡਿਆਂ ਦੀ ਮਸਕੂਲਰ એનર્ਜੀ ਨੂੰ ਮੈਚ ਕਰ ਸਕੇਗੀ ਜਾਂ ਨਹੀਂ। ਪਰ ਸੱਥ ਨੇ ਇਹ ਕੁਐਸਚਨ ਨਹੀਂ ਚੂਜ਼ ਕੀਤਾ ਸੀ। ਸੱਥ ਨੂੰ ਪਤਾ ਸੀਗਾ ਕਿ ਕੁੜੀਆਂ ਵੀ ਮੁੰਡਿਆਂ ਤੋਂ ਘੱਟ ਨਹੀਂ। ਇੱਕ ਕੁੜੀ ਆਪ ਵੀ ਅੱਗੇ ਆ ਸਕਦੀ ਹੈ, ਉਹ ਮਸਕੂਲਰਲੀ ਵੀ ਸਟਰੋਂਗ ਹੋ ਸਕਦੀ ਹੈ ਔਰ ਇਮੋਸ਼ਨਲੀ ਵੀ ਸਟਰੋਂਗ ਹੈ ਤੇ ਉਹ ਆਪਣੀ ਸਿਕਿਉਰਿਟੀ ਦਾ ਆਪ ਵੀ ਖਿਆਲ ਰੱਖ ਸਕਦੀ ਹੈ ਤੇ ਅਸੀਂ ਵੀ ਉਹਦੀ ਸਿਕਿਉਰਿਟੀ ਲਈ ਖਿਆਲ ਰੱਖ ਸਕਦੇ ਹਾਂ। ਜਦੋਂ ਕੈਂਡੀਡੇਟ ਡਿਸਾਈਡ ਹੋਇਆ, ਇਹ 19 ਸਾਲਾਂ ਦੀ ਕੁੜੀ ਨੂੰ ਇਸ ਕੈਂਡੀਡੇਟ ਬਣਾਉਣਾ ਔਰ ਵੱਡੇ ਵੱਡੇ ਦਿੱਗਜ ਜੇਕਰ ਕਹੀਏ ਤੇ ਸਾਹਮਣੇ ਸੀਗੇ ਜਿਨ੍ਹਾਂ ਨੂੰ ਕਈ ਵਾਰੀ ਕੋਈ ਕਹਿੰਦਾ ਮੈਂ ਵਾਈਸ ਪ੍ਰੈਜ਼ੀਡੈਂਟ ਦੀ ਕੁਰਸੀ ਤੋਂ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈਗਾ, ਕੋਈ ABVP ਤੋਂ ਨਿਕਲ ਕੇ NSUI ਦੇ ਵਿੱਚ ਆ ਗਿਆ, ਕੋਈ NSUI ਤੋਂ ਨਿਕਲ ਕੇ CYSS ਦੇ ਵਿੱਚ ਚਲਾ ਗਿਆ। ਪਾਰਟੀ ਦਾ ਫੇਰ ਬਦਲ ਸੀਗਾ। 19 ਸਾਲਾਂ ਦੀ ਕੁੜੀ ਨੂੰ ਕੈਂਡੀਡੇਟ ਕਿਵੇਂ ਬਣਾਤਾ? ਉਹਨਾਂ ਨੇ ਅਜਿਹਾ ਕੁਝ ਤਾਂ ਦੇਖਿਆ ਹੋਊਗਾ ਮੇਰੇ ਅੰਦਰ ਜੋ ਸ਼ਾਇਦ ਉਹਨਾਂ ਨੇ ਮੈਨੂੰ ਨੋਮੀਨੇਟ ਕੀਤਾ। ਇਹ ਚੀਜ਼ ਮੈਨੂੰ ਇਹ ਤਾਂ ਤੁਹਾਨੂੰ ਇਹਨਾਂ ਤੋਂ ਜ਼ਿਆਦਾ ਪੁੱਛਣੀ ਚਾਹੀਦੀ ਹੈ ਕਿ ਇਹਨਾਂ ਨੇ ਮੈਨੂੰ ਇਸ ਤਰੀਕੇ ਨਾਲ ਨੋਮੀਨੇਟ। ਇਦਾਂ ਸੀਗਾ ਕੋਈ ਕਰਨ ਮੇਰੇ ਨਾਲ ਨੇ ਕਰਨ ਜਦੋਂ ਪ੍ਰਚਾਰ ਕਰਦੇ ਸੀ ਜਿਸ ਤਰੀਕੇ ਨਾਲ ਪਹਿਲਾਂ ਤਾਂ ਚਲੋ ਤੁਸੀਂ ਜੋਤ ਸਿੰਘ ਦੇ ਨਾਲ ਪ੍ਰਚਾਰ ਕੀਤਾ ਕਿਉਂਕਿ ਜੋਤ ਤੁਹਾਡਾ ਪਾਰਟੀ ਦਾ ਪ੍ਰਧਾਨ ਹੈਗਾ, ਸਾਡੇ ਵਿਚਕਾਰ ਹੈ ਨਹੀਂ ਮੌਜੂਦ, ਲੇਕਿਨ ਉਸ ਦੇ ਲਈ ਜਦੋਂ ਪ੍ਰਚਾਰ ਕੀਤਾ ਸੀ ਕੋ ਇੱਕ ਸੀਗਾ ਕਿ ਇਹ ਮੁੰਡਾ ਹੈ, ਜੋਸ਼ੀਲਾ ਹੈ, ਬੋਲਣ ਦੇ ਵਿੱਚ ਵੀ ਹੈ, ਲੇਕਿਨ 19 ਸਾਲਾਂ ਦੀ ਕੁੜੀ ਨੂੰ ਕੈਂਡੀਡੇਟ ਬਣਾਉਣਾ ਇਹ ਕਿਵੇਂ ਮਤਲਬ ਆਇਆ ਮਨ ਦੇ ਵਿੱਚ? ਜਦੋਂ ਅਸੀਂ ਇਲੈਕਸ਼ਨ ਕੈਂਪੇਨਿੰਗ ਸ਼ੁਰੂ ਕੀਤੀ ਤੇ ਸਾਡੇ ਨਾਲ ਕਾਫੀ ਪਿਛਲੇ ਸਮੇਂ ਤੋਂ ਜੁੜੇ ਹੋਏ ਸੀ, ਕੰਮ ਕਰ ਰਹੇ ਸੀਗੇ ਤੇ ਜਦੋਂ ਅਸੀਂ ਸਾਰਿਆਂ ਨੇ ਕੈਂਪੇਨਿੰਗ ਸ਼ੁਰੂ ਕੀਤੀ ਜਿਸ ਢੰਗ ਨਾਲ ਪਹਿਲੀ ਵਾਰੀ ਇਹਨਾਂ ਨੇ ਕਲਾਸ 'ਚ ਜਾ ਕੇ ਕੈਂਪੇਨ ਕੀਤਾ ਤਾਂ ਜਦੋਂ ਅਸੀਂ ਬਾਹਰ ਨਿਕਲੇ ਸਾਡੇ ਸਾਰੇ ਜਣਿਆਂ ਦੇ ਇਕੱਠਿਆਂ ਦੇ ਇੱਕ ਮਨ 'ਚੋਂ ਆਵਾਜ਼ ਨਿਕਲੀ ਕਿ ਆਪਾਂ ਇਹਨਾਂ ਨੂੰ ਮੌਕਾ ਦੇਣਾ ਚਾਹੀਦਾ ਵਾ। ਤੇ ਸਾਡੇ ਲਈ ਇਹ ਬੜੇ ਮਾਣ ਦੀ ਗੱਲ ਸੀਗੀ ਕਿ ਅਸੀਂ ਪਰਮਾਤਮਾ ਦਾ ਵੀ ਇਸ ਗੱਲ ਲਈ ਧੰਨਵਾਦ ਕਰਾਂਗੇ ਕਿਉਂਕਿ ਬੰਦੇ ਦੇ ਹੱਥ 'ਚ ਕੁਝ ਨਹੀਂ ਹੁੰਦਾ ਗਾ ਜੀ। ਉਹਨਾਂ ਨੇ ਐਸਾ ਮੌਕਾ ਬਣਾਇਆ, ਇਹ ਸਾਡੇ ਨਾਲ ਆ ਕੇ ਜੁੜੇ
ਤੇ ਇਹਨਾਂ ਨੂੰ ਸਾਨੂੰ ਇੱਥੇ ਅਸੀਂ ਕੈਂਡੀਡੇਟ ਬਣਾਇਆ ਤੇ ਅੱਗੇ ਜੋ ਹੁੰਦਾ ਗਿਆ ਉਹ ਆਪੀ ਜੋ ਇਹਨਾਂ ਦੀ ਸਪੀਚ ਸੀਗੀ, ਜੋ ਇਹਨਾਂ ਦਾ ਲੋਕਾਂ 'ਚ ਵਿਚਰਨ ਦਾ ਤਰੀਕਾ ਸੀਗਾ, ਉਹਨੇ ਸਾਡੀ ਪਾਰਟੀ ਦਾ ਤੇ ਸਾਡਾ ਬਹੁਤ ਲੋਕਾਂ 'ਚ ਐਕਸੈਪਟੈਂਸ ਬਣਾਈ ਆ। ਸੋ ਸਾਡਾ ਮੰਨਣਾ ਇਹ ਆ ਕਿ ਇਹਨਾਂ ਦੀ ਸਿਲੈਕਸ਼ਨ ਆ ਉਹ ਇਹਨਾਂ ਦੇ ਆਪਦੇ ਜੋ ਕੈਪੇਬਿਲਿਟੀ ਆ ਉਹਦੇ ਕਰਕੇ ਹੋਈ ਹੈ ਜੀ। ਪਰ ਲੱਗਿਆ ਨਹੀਂ ਸੀ ਕਿ ਜਿਸ ਤਰੀਕੇ ਨਾਲ ਇਹ 19 ਸਾਲਾਂ ਦੀ ਕੁੜੀ, ਜਿਵੇਂ ਬਾਰ-ਬਾਰ ਜ਼ਿਕਰ ਕਰ ਰਹੇ ਇਸ ਕਰਕੇ ਕਿਉਂਕਿ ਉਸਦੀ ਏਜ ਬਹੁਤ ਘੱਟ ਹੈਗੀ ਹੈ, ਔਰ ਜਿਸ ਤਰੀਕੇ ਨਾਲ ਤਲਕੀਆਂ ਵੇਖਣ ਨੂੰ ਮਿਲੀਆਂ ਯੂਨੀਵਰਸਿਟੀ ਦੇ ਵਿੱਚ, ਆਮਣੇ ਸਾਹਮਣੇ ਮੁੰਡੇ ਵੀ ਹੋ ਗਏ, ਪੂਸੂ CYSS ਵਾਲੇ ਆਮਣੇ ਸਾਹਮਣੇ ਹੋ ਗਏ, NSUI ਵਾਲੇ ਲੜ ਪਏ ਕਿਸੇ ਨਾਲ, ਇਸ ਤਰੀਕੇ ਨਾਲ ਮਾਹੌਲ ਵੀ ਬਣ ਗਿਆ ਆਪਸ ਦੇ ਵਿੱਚ, ਕਿਉਂਕਿ ਇਲੈਕਸ਼ਨ ਹੁੰਦਾ ਹੈ ਤੇ ਇਦਾਂ ਦਾ ਮਾਹੌਲ ਬਣ ਜਾਂਦਾ ਹੁੰਦਾ ਆਪਸ ਦੇ ਵਿੱਚ ਕਿ ਆ ਕੁੜੀ ਨੂੰ ਖੜਾ ਕੇ ਕਿਤੇ ਰਿਸਕ ਨਾ ਲੈ ਲਈਏ। ਨਹੀਂ ਚਲੋ ਜੀ, ਜੋ ਉਹਨਾਂ ਦੀ ਸਾਰਿਆਂ ਦੀ ਆਪਦੀ ਪੋਲਿਟਿਕਸ ਆ, ਅਸੀਂ ਉੱਤੇ ਕੋਈ ਜ਼ਿਆਦਾ ਕਮੈਂਟ ਨਹੀਂ ਕਰਨਾ ਚਾਹਾਂਗੇ, ਪਰ ਸਾਡੀ ਇਹ ਹਮੇਸ਼ਾ ਤੋਂ ਕੋਸ਼ਿਸ਼ ਰਹੀ ਆ ਕਿ ਅਗਰ ਆਪਾਂ ਵਿਮਨ ਐਮਪਾਵਰਮੈਂਟ ਦੀ ਗੱਲ ਕਰਦੇ ਹਾਂ ਤਾਂ ਉਹਨੂੰ ਆਪਾਂ ਇਕੱਲਾ ਇਹ ਨਹੀਂ ਵੀ ਇੱਕ ਪੋਲੀਟੀਕਲੀ ਉਵੇਂ ਰੱਖੀਏ, ਉਹਨੂੰ ਆਪਾਂ ਇਨ ਪ੍ਰੈਕਟਿਸ ਲੈ ਕੇ ਆਈਏ, ਉਹਨੂੰ ਪ੍ਰੈਕਟੀਕਲੀ ਆਪਾਂ ਨਾ ਲੋਕਾਂ ਤੱਕ ਲੈ ਕੇ ਜਾਈਏ। ਅਸੀਂ ਪਿਛਲੇ ਸਾਲ ਵੀ ਸਾਡੀ ਕੋਸ਼ਿਸ਼ ਸੀਗੀ ਵੀ ਅਸੀਂ ਇੱਕ ਕੈਂਡੀਡੇਟ ਫੀਮੇਲ ਦਈਏ ਤੇ ਉਹਨਾਂ ਨੂੰ ਅਸੀਂ ਪੂਰੀ ਪਾਵਰ ਦਈਏ ਵੀ ਉਹ ਆਪਦੇ ਫੈਸਲੇ ਆਪ ਲੈਣ। ਇਸ ਵਾਰ ਕੈਂਪੇਨਿੰਗ 'ਚ ਵੀ ਸਾਡਾ ਇਹ ਸੀਗਾ ਵੀ ਅਸੀਂ ਗਰਲਜ਼ ਹੋਸਟਲ 'ਚ ਕਿਸੇ ਮੁੰਡੇ ਨੂੰ ਨਹੀਂ ਬਾਹਰ ਖੜਾਇਆ ਉੱਥੇ ਕੈਂਪੇਨਿੰਗ ਕਰਨ ਲਈ। ਅਸੀਂ ਜ਼ਰੂਰ ਆਪਦਾ ਗਰਲਸ ਵਿੰਗ ਦੇ ਨਾਲ ਜੋ ਕੋਆਰਡੀਨੇਸ਼ਨ ਬਣਦਾ ਹੁੰਦਾ ਇੱਕ ਪਾਰਟੀ ਲੈਵਲ ਤੇ ਕਰਦੇ ਸੀਗੇ, ਪਰ ਅਸੀਂ ਇਹਨਾਂ ਨੂੰ ਕਿਹਾ ਸੀਗਾ ਜੋ ਗਰਲਜ਼ ਹੋਸਟਲ 'ਚ ਕੈਂਪੇਨਿੰਗ ਹੋਊਗੀ ਉਹ ਸਾਡਾ ਜੋ ਗਰਲ ਵਿੰਗ ਆ ਉਹੀ ਕਰੂਗਾ, ਜੋ ਉਹਨਾਂ ਦੇ ਫੈਸਲੇ ਆ ਉਹ ਖੁਦ ਲਊਗਾ। ਇਹ ਗੱਲ ਦਾ ਸਾਨੂੰ ਬੜਾ ਮਾਣ ਆ ਕਿ ਅਸੀਂ ਜੋ ਆਪਦੀ ਗੱਲ ਅਸੀਂ ਕਹੀ ਸੀਗੀ ਅਸੀਂ ਪੂਰੀ ਕੋਸ਼ਿਸ਼ ਕੀਤੀ ਉਹਦੇ ਉੱਤੇ ਪਹਿਰਾ ਦੇਣ ਦੀ। ਕਹਿੰਦੇ ਕੁਰਸੀ ਮਿਲਣੀ ਬਹੁਤ ਸੌਖੀ ਲੇਕਿਨ ਸਾਹਮਣੇ ਬਹੁਤ ਔਖੀ ਆ। ਆਪ ਔਖੀ ਕੁਰਸੀ ਤਾਂ ਹੋਏਗੀ ਕਿਉਂਕਿ ਵਾਈਸ ਪ੍ਰੈਸੀਡੈਂਟ ਦੀ ਹੈ, ਔਰ ਮੈਨੂੰ ਲੱਗਦਾ ਹੈ ਕਿ ਪਹਿਲੀ ਵਾਰ ਇਦਾਂ ਹੋਏਗਾ ਕਿ ਵਾਈਸ ਪ੍ਰੈਸੀਡੈਂਟ ਦੇ ਇਸ ਲੈਵਲ ਦੇ ਇੰਟਰਵਿਊਜ਼ ਹੋਣਾ ਬੜੀ ਵੱਡੀ ਗੱਲ ਹੈਗੀ ਹੈ, ਕਿਉਂਕਿ ਹਮੇਸ਼ਾ ਹਰ ਕੋਈ ਪ੍ਰਧਾਨ ਨੂੰ ਫੜਦਾ ਕਿ ਪ੍ਰਧਾਨ ਬਣ ਗਿਆ ਤੇ ਪ੍ਰਧਾਨ ਮੇਨ ਹੈ ਯੂਨੀਵਰਸਿਟੀ ਦਾ, ਲੇਕਿਨ ਉਪ ਪ੍ਰਧਾਨ ਦੀ ਕੁਰਸੀ ਤੇ ਬੈਠ ਕੇ ਕੰਮ ਕਰਨਾ ਕਿੰਨਾ ਕੁ ਹੋਵੇਗਾ ਔਰ ਕੀ ਕੁਝ ਮਨ ਦੇ ਵਿੱਚ ਸੋਚਿਆ ਹੋਇਆ? ਮੁਸ਼ਕਿਲ ਤਾਂ ਹੁੰਦਾ ਹੀ ਹੈ ਕਿਉਂਕਿ ਰਿਸਪੌਂਸਿਬਿਲਟੀ ਬਹੁਤ ਵੱਡੀ ਹੈ, ਪਰ ਕੰਮ ਤਾਂ ਹੁਣ ਕਰਨਾ ਪੈਣਾ। ਜਦੋਂ ਹੁਣ ਸਟੂਡੈਂਟਸ ਨੇ ਵਿਸ਼ਵਾਸ ਦਿਖਾਇਆ ਹੈ ਸਾਡੇ ਉੱਤੇ, ਉਹਨਾਂ ਨੇ ਉਮੀਦ ਵੀ ਹੈਗੀ ਉਹਨਾਂ ਨੂੰ ਸਾਡੇ ਉੱਤੇ, ਤਾਂ ਹੁਣ ਕੰਮ ਤਾਂ ਕਰਨਾ ਪੈਣਾ। ਹੁਣ ਜਦੋਂ ਅੱਗੇ ਆਏ ਹਾਂ, ਬੂਟੇ ਜਿਸ ਘਰ ਦੇ ਵਿੱਚ ਅਸੀਂ ਬੈਠੇ ਹਾਂ ਕਹਿੰਦੇ ਬੂਟੇ ਲਾਉਣੇ ਬੜੇ ਸੌਖੇ ਨੇ ਲੇਕਿਨ ਉਹਨੂੰ ਸਾਂਭਣਾ ਬੜਾ ਔਖਾ ਹੈਗਾ, ਔਰ ਇਹ ਬੂਟਾ ਜੇਕਰ ਕਹੀਏ ਤਾਂ 7 ਦਾ ਹੁਣ ਲੱਗਿਆ, ਇਸ ਨੂੰ ਸੰਭਾਲ ਕੇ ਚਲਾਉਣਾ ਵੀ ਬਹੁਤ ਜ਼ਰੂਰੀ ਹੈਗਾ। ਕੀ ਕੁਝ ਸੋਚਦੇ ਹੋ ਕਿਉਂਕਿ ਜੋ ਵੀ ਚੁਣ ਕੇ ਆਏ ਨੇ, ਜੋ ਵੀ ਕੌਂਸਲ ਚੁਣਿਆ ਗਿਆ ਉਹ ਵੱਖਰੀ ਵੱਖਰੀ ਪਾਰਟੀਜ਼ ਤੋਂ ਨੇ, ਏਕਾ ਇਕੱਠਾ ਹੋਣਾ ਬਹੁਤ ਜ਼ਰੂਰੀ ਹੈਗਾ। ਬਿਲਕੁਲ, ਇਹ ਤਾਂ ਸੱਚ ਗੱਲ ਹੈ ਕਿ ਵੱਖਰੀ ਵੱਖਰੀ ਪਾਰਟੀਜ਼ ਤੋਂ ਨੇ ਸਾਰੇ ਜਾਣੇ, ਤੇ ਸਾਡੇ ਇਲੈਕਸ਼ਨਸ ਦੀ ਖੂਬਸੂਰਤੀ ਇਹੀ ਹੁੰਦੀ ਹੈ ਕਿ ਡਿਫਰੈਂਟ ਆਈਡੀਓਲੋਜੀਜ਼ ਹੁੰਦੀਆਂ ਨੇ, ਡਿਫਰੈਂਟ ਵਿਊ ਪੁਆਇੰਟਸ ਹੁੰਦੇ ਨੇ। ਇੱਥੇ ਸਾਨੂੰ ਸਿੱਖਣਾ ਹੀ ਆਈ ਹੈ ਕਿ ਅਸੀਂ ਇੱਕ ਦੂਜੇ ਦੀ ਵਿਊ ਪੁਆਇੰਟਸ ਨੂੰ ਰਿਸਪੈਕਟ ਕਿਵੇਂ ਕਰਾਂਗੇ, ਇੱਕ ਦੂਜੇ ਨੂੰ ਸੁਣਾਂਗੇ, ਪਰ ਇੱਕ ਇਸ਼ੂ ਦਾ ਸੋਲੂਸ਼ਨ ਕੱਢਣਾ ਜ਼ਰੂਰੀ ਹੈ। ਮੈਚ ਕਿਵੇਂ ਕਰੋਗੇ ਕਿਉਂਕਿ ਖਾਸ ਤੌਰ ਤੇ ਤੁਹਾਡੀ ਮੈਨੀਫੈਸਟੋ ਵੱਖਰਾ ਸੀ, ਤੁਹਾਡੀਆਂ ਜਿਹੜੀਆਂ ਪ੍ਰਚਾਰ ਕਰਨ ਦੇ ਲਈ ਡਿਮਾਂਡਾਂ ਵੱਖਰੀਆਂ ਸੀਗੀਆਂ ਕਿ ਅਸੀਂ ਇਹ ਚੀਜ਼ ਕਰਾਂਗੇ, NSUI ਦੀ ਵੱਖਰੀਆਂ ਨੇ, ਵੱਖਰੀ ਪਾਰਟੀਆਂ ਦਾ ਵੱਖਰਾ ਸੀ, ਇਕੱਠੇ ਰਹਿ ਕੇ ਕੌਂਸਲ ਕਿਵੇਂ ਕੰਮ ਕਰੂਗਾ? ਦੇਖੋ, ਮੈਨੀਫੈਸਟੋ ਜੇ ਤੁਸੀਂ ਦੇਖੋਗੇ ਵੀ ਤਾਂ ਸਟੂਡੈਂਟ ਇਸ਼ੂਜ਼ ਕੁਝ ਹੱਦ ਤੱਕ ਨਾ ਸਿਮਿਲਰ ਹੀ ਹੁੰਦੇ ਨੇ। ਜੇ ਤੁਸੀਂ ਧਿਆਨ ਨਾਲ ਸਭ ਦੇ ਮੈਨੀਫੈਸਟੋ ਦੇਖੋ, ਕੁਝ ਹੱਦ ਤੱਕ ਉਹ ਸਾਰੇ ਸੇਮ ਹੀ ਹੁੰਦੇ ਨੇ। ਪਲੇਸਮੈਂਟ ਬਾਰੇ ਹਰ ਬੰਦਾ ਗੱਲ ਕਰਦਾ ਹੈ, ਰਿਸਰਚ ਸਕਾਲਰਸ ਦੀ ਐਕਸਪਲੋਇਟੇਸ਼ਨ ਬਾਰੇ ਹਰ ਪਾਰਟੀ ਗੱਲ ਕਰਦੀ ਹੈ। ਇੱਕ ਜਿਹੜੇ ਮੇਜਰ ਨੇ, ਮੇਰੇ ਆਪ ਦਾ ਸਟਾਈਪੈਂਡ ਬਾਰੇ ਹਰ ਪਾਰਟੀ ਹਮੇਸ਼ਾ ਅੱਗੇ ਸਾਡੇ, ਜਦੋਂ ਦੀ ਆਈ ਹਾਂ BDS ਦੇ ਵਿੱਚ ਇੱਕੋ ਹੀ ਕੁਐਸਚਨ ਆਉਂਦਾ ਇੱਥੇ, ਹਮ ਆएंगे हम आपका स्टाइपेंड बढ़ा देंगे। ਇਹੀ ਚੀਜ਼ ਹਮੇਸ਼ਾ, ਇਹੀ ਸਟੇਟਮੈਂਟ ਹਰ ਪਾਰਟੀ ਆ ਕੇ, ਹਰ ਕੈਂਡੀਡੇਟ ਆ ਕੇ ਇਹੀ ਬੋਲਦਾ ਹੈ। ਸੋ ਇਹ ਇੱਕ ਮੇਜਰ ਮੁੱਦੇ ਨੇ ਜੋ ਸਾਰਿਆਂ ਦੇ ਸਾਂਝੇ ਨੇ, ਤੇ ਇਹਦੇ ਉੱਤੇ ਕੰਮ ਕਰਨਾ ਹੀ ਪੈਣਾ, ਕਿਉਂਕਿ ਹੁਣ ਅਸੀਂ ਮੈਨੂੰ ਇੰਝ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਮਿਲ ਕੇ ਕੰਮ ਕਰਨਾ ਪੈਣਾ ਤਾਂ ਕਿ ਸਾਡੇ ਉੱਤੇ ਇਹ ਕੁਐਸਚਨ ਨਾ ਉਠਾਇਆ ਜਾਵੇ ਹੁਣ ਅੱਗੇ ਜਾ ਕੇ ਕਿ ਇਹ ਵੀ ਦੂਜਿਆਂ ਵਾਂਗੂ ਪਹਿਲਾਂ ਵੋਟਾਂ ਲਈ ਆਏ, 1 ਮਹੀਨੇ ਬਸ ਖੜੇ ਰਹੇ, ਤਦੋਂ ਸਾਡੇ ਨਾਲ ਸਾਰੇ ਗੱਲਬਾਤ ਕਰਦੇ ਰਹੇ, ਹੁਣ ਗਾਇਬ ਹੋ ਗਏ। ਅੱਛਾ, ਇੱਕ ਚੀਜ਼ ਸੀਗੀ ਜਦੋਂ CYSS ਪ੍ਰਚਾਰ ਕਰਦੀ ਸੀ, ਕਹਿੰਦੇ ਅਸੀਂ ਇੰਨੇ 2 ਹੋਸਟਲ ਦੇ ਪੈਸੇ ਤੁਹਾਨੂੰ ਦੇਤੇ, ਅਸੀਂ ਸਰਕਾਰ ਆਈ ਸਾਲ ਦੇ ਵਿੱਚ ਬੜਾ ਕੰਮ ਕਰਤਾ, ਲੇਕਿਨ ਇਸ ਵਾਰ ਜਿਹੜੀ ਨਵੀਂ ਕੌਂਸਲ ਤਿਆਰ ਹੋਈ ਹੈ ਸਾਰੀ ਵੱਖਰੀ ਪਾਰਟੀਆਂ ਤੋਂ, ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਹੈਗਾ। ਇੱਕ ਵੱਡਾ ਚੈਲੰਜ ਵੀ ਹੈਗਾ ਕਹਿੰਦੇ ਪੰਜਾਬ ਯੂਨੀਵਰਸਿਟੀ ਦੇ ਲਈ। ਨਹੀਂ, ਮਤਲਬ ਤੁਸੀਂ ਇੱਕ ਵਾਰੀ ਦੁਬਾਰਾ ਦੱਸ ਸਕਦੇ ਹੋ ਆਪਣੇ ਕੁਐਸਚਨ? ਜਿਸ ਤਰੀਕੇ ਨਾਲ ਮੈਂ ਜ਼ਿਕਰ ਕਰ ਰਿਹਾ ਕਿ ਸਾਰੇ ਵੱਖਰੀ ਪਾਰਟੀਆਂ ਤੋਂ ਆਏ ਨੇਗੇ, ਪਹਿਲਾਂ CYSS ਨੇ ਜਦੋਂ ਮੱਲਾਂ ਮਾਰੀਆਂ ਕਹਿੰਦੇ ਕਿ 1 ਸਾਲ ਦੇ ਵਿੱਚ ਅਸੀਂ ਸਾਰੀਆਂ ਡਿਮਾਂਡਾਂ ਪੂਰੀ ਕਰਤੀਆਂ, ਮੈਨੀਫੈਸਟੋ 95% ਆਪਣਾ ਪੂਰਾ ਕੀਤਾ ਹੈਗਾ, ਸਟੂਸੀ ਤੋਂ ਲੈ ਕੇ ਹੋਸਟਲ ਤੱਕ ਦੇਣਾ ਹੋਵੇ। ਹੁਣ ਉਸ ਦੇ ਵਿਚਾਲੇ ਜੇਕਰ ਕਹੀਏ ਤੇ ਨਵੀਂ ਕੌਂਸਲ ਜਿਹੜੀ ਤਿਆਰ ਹੋਈ ਹੈ ਇਹ ਉਸ ਹਿਸਾਬ ਨਾਲ ਕੰਮ ਕਰ ਪਾਊ? ਕਾਉਂਸਲ ਨੇ ਕੰਮ ਤਾਂ ਕਰਨਾ ਪੈਣਾ ਹੀ ਹੈ, ਕਿਉਂਕਿ ਹੁਣ ਉਸ ਦੇ ਵਿੱਚ ਇੱਕ ਕੁਐਸਚਨ ਨਹੀਂ ਉੱਠਣਾ ਨਾ ਕੀ ਉਹ ਕਰ ਸਕੂਗੀ, ਕੀ ਉਹ ਨਹੀਂ ਕਰ ਸਕੂਗੀ। ਕੰਮ ਕਰਨਾ ਪੈਣਾ ਹੈ, ਸਿੰਪਲ ਜੀ ਗੱਲ ਹੈ, ਕਿਉਂਕਿ ਹੁਣ ਜਦੋਂ ਸਟੂਡੈਂਟਸ ਨੇ ਸਾਨੂੰ ਚੂਜ਼ ਕੀਤਾ ਹੈ ਤਾਂ ਹੁਣ ਉਹਨਾਂ ਨੂੰ ਇਹ ਨਹੀਂ ਕਹਿਣਾ ਪੈਣਾ ਕਿ
ਇਹ ਵੀ ਉਹਨਾਂ ਵਰਗੇ ਹੀ ਨਿਕਲੇ ਕਿ ਆਪ ਆਏ, ਜਿਵੇਂ ਪਿਛਲੇ ਸਾਲ ਦੀ ਗੱਲ ਲਾ ਲਓ, ਪ੍ਰੈਜ਼ੀਡੈਂਟ ਬਸ ਆਏ 15 ਦਿਨ ਪਹਿਲਾਂ ਪਾਰਟੀ ਬਣੀ ਹੈ, ਆ ਕੇ ਚਲੋ ਜਿੱਤ ਗਏ ਤੇ ਬਸ ਉਸ ਤੋਂ ਬਾਅਦ ਗਾਇਬ, ਸਾਨੂੰ ਉਹ ਕਿਤੇ ਦਿਖੇ ਹੀ ਨਹੀਂ। ਇਸ ਵਾਰ ਤੇ ਨਹੀਂ ਐਵੇਂ ਹੋਣਾ। ਮੈਂ 5 ਸਾਲ ਦੀ ਮੇਰੀ ਡਿਗਰੀ ਹੈ, ਮੈਂ BDS ਤੋਂ ਹਾਂ, ਸੈਕੰਡ ਈਅਰ 'ਚ ਹਾਂ, 3 ਸਾਲ ਮੈਂ ਇੱਥੇ ਹੀ ਮਿਲਾਂਗੀ। ਮੇਰਾ ਡਿਪਾਰਟਮੈਂਟ ਸਾਊਥ ਕੈਂਪਸ 'ਚ ਹੈ, ਜੇ ਕਿਸੇ ਨੂੰ ਵੀ ਲੋੜ ਹੋਏ ਮੇਰੇ ਕੋਲ ਆ ਜਾਇਆ ਕਰੋ। ਈਜ਼ੀ ਟੂ ਅਵੇਲੇਬਲ। ਯੈਸ ਆਈ ਐਮ। ਅਕਸਰ ਕੀ ਹੁੰਦਾ ਜਦੋਂ ਸੱਤਾ ਦੇ ਵਿੱਚ ਆ ਜਾਈਏ ਨਾ, ਕਿਉਂਕਿ ਸੱਤਾ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈਗਾ, ਜੋ ਸੱਤਾ ਦੇ ਵਿੱਚ ਆ ਜਾਂਦੇ ਆਪਣਿਆਂ ਦਾ ਫੋਨ ਚੱਕਣਾ ਵੀ ਬੰਦ ਕਰ ਦਿੰਦੇ ਹੁੰਦੇ ਨੇ। ਕਿਤੇ ਉਪ ਪ੍ਰਧਾਨ ਬਣਦੇ ਤੇ ਆ ਜਿਹੜੀ ਲੌਬੀ ਬੈਠੀ ਹੈ ਨਾਲ, ਆ ਸੱਥ ਦੇ ਵਿੱਚ ਬੈਠੇ ਜਿੱਥੋਂ ਸੱਥ ਦਾ ਜ਼ਿਕਰ ਹੁੰਦਾ, ਆ ਲੌਬੀ ਤੋਂ ਨਹੀਂ ਭੁੱਲ ਜਾਂਦੇ ਕਿਤੇ। ਮਨ ਨੀਵਾ ਮਤ ਉੱਚੀ, ਇਹ ਚੀਜ਼ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ। ਬੜੀ ਵੱਡੀ ਗੱਲ ਹੈ ਕਰਨ, ਕਿਵੇਂ ਵੇਖੀਏ? ਕਿਉਂਕਿ ਜਿਸ ਤਰੀਕੇ ਨਾਲ ਮੈਂ ਇਸ ਤੋਂ ਵੀ ਜ਼ਿਕਰ ਕਰ ਰਿਹਾ ਸੀ ਕਿ ਜਦੋਂ ਮੌਜੂਦਾ ਸਰਕਾਰ ਹੋਵੇ ਤੇ ਅਕਸਰ ਕਹਿੰਦੇ ਕਿ ਸਾਡੀ ਪਾਰਟੀ ਨੂੰ ਲਿਆਓ, ਅਸੀਂ ਗ੍ਰਾਂਟਾਂ ਬਹੁਤ ਛੇਤੀ ਲੈ ਕੇ ਆਵਾਂਗੇ। ਇਸ ਵਾਰ ਗ੍ਰਾਂਟਾਂ ਲੱਗਦੀਆਂ ਕਿ ਯੂਨੀਵਰਸਿਟੀ ਨੂੰ ਮਿਲ ਪਾਉਣਗੀਆਂ ਕਿ ਕੌਂਸਲ ਬਿਲਕੁਲ ਸਰਕਾਰ ਦੇ ਮਤਲਬ ਉਲਟ ਜ਼ਿਕਰ ਕਹੀਏ ਬਣਿਆ? ਨਹੀਂ ਦੇਖੋ ਜੀ, ਜਦੋਂ ਇਹ ਤਾਂ ਗੱਲ ਹੈ, ਜਦੋਂ ਕਿਸੇ ਸਰਕਾਰ ਦੀ ਆ ਜਾਵੇ ਇੱਥੇ ਤਾਂ ਉਹਨਾਂ ਨੂੰ ਥੋੜਾ ਸੌਖਾ ਹੋ ਜਾਂਦਾ ਗ੍ਰਾਂਟ ਲੈ ਕੇ ਆਉਣਾ, ਪਰ ਕਿਤੇ ਨਾ ਕਿਤੇ ਤੁਹਾਡੇ ਆਪਦੇ ਕੈਪੇਬਿਲਿਟੀਜ਼ ਤੇ ਤੁਹਾਡੇ ਆਪਦੀ ਕੁਆਲਿਟੀਜ਼ ਤੇ ਵੀ ਡਿਪੈਂਡ ਕਰਦਾ ਵਾ। ਸੋ ਸਾਡੀ ਪੂਰੀ ਟੀਮ, ਸਾਡੇ ਵਾਈਸ ਪ੍ਰੈਜ਼ੀਡੈਂਟ ਬੈਠੇ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ, ਚਾਹੇ ਸੈਂਟਰਲ ਗਵਰਨਮੈਂਟ ਆ ਚਾਹੇ ਸਟੇਟ ਗਵਰਨਮੈਂਟ ਆ, ਅਸੀਂ ਉਹਨਾਂ ਤੱਕ ਅਪਰੋਚ ਵੀ ਕਰਾਂਗੇ। ਜੋ ਯੂਨੀਵਰਸਿਟੀ ਦੀ ਲੋੜ ਹੋਊਗੀ, ਅਸੀਂ ਸਾਡੀ ਪਹਿਲ ਆ ਕਿ ਅਸੀਂ ਇਹਨੂੰ ਪੂਰਾ ਕਰਾਉਣਾ ਵਾ, ਕਿਉਂਕਿ ਨਾ ਸਾਡੀ ਕੋਈ ਮਸਲ ਪਾਵਰ ਆ ਨਾ ਕੋਈ ਮਨੀ ਪਾਵਰ ਆ। ਸਾਡੀ ਜੇ ਪਾਵਰ ਆ ਸਟੂਡੈਂਟਸ ਆ, ਅਸੀਂ ਉੱਥੋਂ ਪਾਵਰ ਡਰਾਈਵ ਕਰਦੇ ਆ, ਉਹ ਸਾਡੀ ਸਟਰੈਂਥ ਆ ਤੇ ਅਸੀਂ ਉਹਨਾਂ ਦੇ ਜੋ ਵੀ ਬਣਦੇ ਮੁੱਦੇ ਅਸੀਂ ਹੱਲ ਕਰਾਉਣ ਲਈ ਪੂਰੀ ਕੋਸ਼ਿਸ਼ ਕਰਾਂਗੇ। ਕਿਵੇਂ ਵੇਖੀ? ਕਹਿੰਦੇ ਕਿ ਪੰਜਾਬ ਯੂਨੀਵਰਸਿਟੀ ਨੇ ਕਾਫੀ ਪੋਲੀਟੀਸ਼ੀਅਨ ਦਿੱਤੇ ਨੇਗੇ। ਫਿਊਚਰ ਮੰਨਦੇ ਹੋ ਕਿ ਪੋਲਿਟਿਕਸ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦੀ ਉਹ ਐਕਟਿਵ ਪੋਲਿਟਿਕਸ ਜਿਹੜੀ ਆ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਸੱਥ ਦਾ ਫਿਊਚਰ ਵੀ ਹੈਗਾ ਕੋਈ? ਹਲੇ ਸਾਥ ਸਟੂਡੈਂਟ ਪੋਲਿਟਿਕਸ ਲਈ ਕੰਮ ਕਰ ਰਹੀ ਹੈ ਤੇ ਸਾਡਾ ਸਾਰਿਆਂ ਦਾ ਇਹ ਵੀ ਹੈ ਕਿ ਅਸੀਂ ਪੰਜਾਬ ਪੋਲਿਟਿਕਸ ਦੇ ਵਿੱਚ ਅੱਗੇ ਜਾਈਏ। ਇਲੈਕਸ਼ਨਸ 'ਚ ਖੜਨਾ ਨਹੀਂ ਖੜਨਾ ਇੱਕ ਆਪ ਦਾ ਸਾਰਿਆਂ ਦਾ ਆਪਣਾ ਡਿਸੀਜਨ ਹੈ, ਪਰ ਪੰਜਾਬ ਦੇ ਜਿੰਨੇ ਵੀ ਮਸਲੇ ਨੇ ਉਹਨਾਂ ਨੂੰ ਪਹਿਲਾਂ ਵੀ ਅਸੀਂ ਉਸ ਦੇ ਬਾਰੇ ਗੱਲਬਾਤ ਕਰਦੇ ਆਏ ਹਾਂ, ਹੁਣ ਵੀ ਕਰ ਰਹੇ ਹਾਂ, ਠੀਕ ਹੈ, ਤੇ ਅੱਗੇ ਵੀ ਕਰਦੇ ਰਹਾਂਗੇ। ਪੋਲੀਟੀਕਲੀ ਇੰਟਰਸਟ ਸੀਗਾ ਪਹਿਲਾਂ ਵੀ? ਪੋਲੀਟੀਕਲ ਇੰਟਰਸਟ ਥੋੜਾ ਬਹੁਤ ਸੀ, ਹੁੰਦਾ ਸੀ ਥੋੜਾ ਬਹੁਤ, ਪਰ ਜਦੋਂ ਮੈਂ ਇਸ ਯੂਨੀਵਰਸਿਟੀ ਦੇ ਵਿੱਚ ਆਈ ਤਾਂ ਫਿਰ ਮੈਂ ਇਹ ਦੇਖਿਆ ਕਿ ਮੈਂ ਆਪਣੇ ਆਪ ਨੂੰ ਕਿਵੇਂ ਨਿਖਾਰ ਸਕਾਂ, ਆਪਣੀ ਜਿਹੜੀ ਪਰਸਨੈਲਿਟੀ ਹੈ ਉਹਨੂੰ ਕਿਵੇਂ ਹੋਰ ਵਧੀਆ ਕਰ ਸਕਾਂ। ਤੇ ਇਹ ਇੱਕ ਜਗ੍ਹਾ ਸੀ ਮੈਨੂੰ ਜਿੱਥੇ ਲੱਗਦਾ ਹੈ ਕਿ ਤੁਹਾਡੇ ਅੰਦਰ ਹਰ ਕੁਆਲਿਟੀ ਆ ਸਕਦੀ ਹੈ। ਤੁਸੀਂ ਲੀਡਰਸ਼ਿਪ ਕੁਆਲਿਟੀ ਵੀ ਇੰਟਰੋਡਿਊਸ ਕਰ ਸਕਦੇ ਹੋ, ਤੁਸੀਂ ਆਪਣੇ ਅੰਦਰ ਕੀ ਕਹਿੰਦੇ ਨੇ ਵਰਸਟੈਲਿਟੀ ਵਾਲੀ ਕੁਆਲਿਟੀ ਇੰਟਰੋਡਿਊਸ ਕਰ ਸਕਦੇ ਹੋ, ਲਿਸਨਿੰਗ ਸਕਿੱਲਸ ਇੰਟਰੋਡਿਊਸ ਹੋ ਸਕਦੀਆਂ, ਓਰੇਟਰੀ ਸਕਿੱਲਸ ਇੰਟਰੋਡਿਊਸ ਹੋ ਸਕਦੀਆਂ, ਹਰ ਤਰੀਕੇ ਦੀ ਕੁਆਲਿਟੀ ਇਸ ਚੀਜ਼ ਨਾਲ ਲਿੰਕ ਹੋ ਜਾਂਦੀ। ਲਾਲਚ ਬੜੀ ਬੁਰੀ ਭਲਾ, ਇਹ ਲਾਲਚ ਤੇ ਨਹੀਂ ਕਿਤੇ ਲੈ ਕੇ ਜਾਂਦੀ ਕਿ ਅੱਜ ਤੇ ਉਪ ਪ੍ਰਧਾਨ ਬਣੇ ਆ, ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵੀ ਟਰਾਈ ਮਾਰ ਲਈ, ਆਪਣੇ ਮਹੱਲੇ ਦੀ MC ਦੇ ਵਿੱਚ ਵੀ ਟਰਾਈ ਮਾਰ ਲਈਏ, ਕਿਉਂਕਿ ਪੋਲੀਟੀਕਲ ਕਿਹਾ ਕਿ ਮੈਂ ਐਂਗਲ ਪੰਜਾਬ ਯੂਨੀਵਰਸਿਟੀ ਤੋਂ ਸ਼ੁਰੂ ਹੋ ਜਾਂਦਾ, ਇੱਕ ਸਟੈਪ ਕਹੀਏ ਜਾਂ ਬੋਡੀ ਦਾ ਪਹਿਲਾ ਪੜਾਅ ਕਹੀਏ, ਤੇ ਉਹ ਕਿਤੇ ਨਾ ਕਿਤੇ ਇਸ ਤੋਂ ਸ਼ੁਰੂ ਹੁੰਦਾ। ਆਉਣ ਵਾਲੇ ਸਮੇਂ ਦੇ ਵਿੱਚ ਮੰਨੀਏ ਕਿ ਕੋਈ ਤਿਆਰੀ ਹੋਵੇਗੀ ਜਾਂ ਤਿਆਰੀ ਕਰਨ ਦੀ ਕੋਈ ਮਨਸ਼ਾ ਹੈਗੀ ਹੈ? ਜੇ ਅਜਿਹਾ ਕੁਛ ਹੁੰਦਾ ਤਾਂ ਫਿਰ ਸਟੂਡੈਂਟ ਆਰਗੇਨਾਈਜੇਸ਼ਨ ਨਾਲ ਨਹੀਂ ਜੁੜਦੀ, ਪੋਲੀਟੀਕਲ ਪਾਰਟੀ ਨਾਲ ਲੱਗਦਾ ਜੁੜਦੀ। ਹੈ ਕਿ ਇਹਦਾ ਲੀਡਰ ਬਣਨ ਦੇ ਲਈ, ਜਿੱਦਾਂ ਤੁਸੀਂ ਕਿਹਾ ਸਟੂਡੈਂਟ ਤੋਂ ਉੱਠ ਕੇ ਆਣਾ, ਸਟੂਡੈਂਟ ਦੇ ਮਸਲਿਆਂ ਨੂੰ ਚੱਕਣਾ, ਉਹ ਸਟੂਡੈਂਟ ਯੂਨੀਅਨ ਦਾ ਮਸਲਾ ਹੈ, ਇਸ ਦੇ ਵਿੱਚ ਪੋਲੀਟੀਸ਼ੀਅਨ ਨੂੰ ਦਖਲਅੰਦਾਜ਼ੀ ਨਹੀਂ ਦੇਣੀ ਚਾਹੀਦੀ, ਲੇਕਿਨ ਸਟੂਡੈਂਟ ਨੂੰ ਵੀ ਪੋਲੀਟੀਕਲ ਦੇ ਵਿੱਚ ਥੋੜਾ ਜਿਹਾ ਐਕਟਿਵ ਹੋਣਾ ਚਾਹੀਦਾ ਕਿ ਸਾਡਾ ਜਿਹੜਾ ਭਵਿੱਖ ਹੈ ਉਹ ਤੇ ਪੋਲੀਟਿਕਸ ਹੀ ਹੈ ਨਾ, ਪੋਲੀਟਿਕਸ ਦੇ ਨਾਲ ਹੀ ਭਵਿੱਖ ਸੈੱਟ ਹੋਣਾ, ਤੇ ਉਸ ਦੇ ਲਈ ਵੀ ਕਿਤੇ ਨਾ ਕਿਤੇ ਯੋਗਦਾਨ ਦੇਣਾ ਜ਼ਰੂਰੀ ਹੈ। ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਹਾਲੇ ਮੈਨੂੰ ਲੱਗਦਾ ਸਟੂਡੈਂਟਸ ਨੂੰ ਸਮਝਣਾ ਚਾਹੀਦਾ ਹੈ, ਕਿਉਂਕਿ ਹਲੇ ਅਸੀਂ ਇੰਨੇ ਮੈਨੂੰ ਲੱਗਦਾ ਇੱਕ ਸਿੱਖਣ ਵਾਲੇ ਦੌਰ 'ਚ ਹਾਂ, ਚੀਜ਼ਾਂ ਨੂੰ ਸਮਝਣਾ ਚਾਹੀਦਾ। ਮੈਂ ਆਪ ਹਲੇ ਇੰਨੀ ਵੱਡੀ ਨਹੀਂ ਹੋਈ, ਮੈਂ 19 ਸਾਲ ਦੀ ਹਾਂ, ਮੈਨੂੰ ਇੰਝ ਲੱਗਦਾ ਹਲੇ ਮੈਂ ਚੀਜ਼ਾਂ ਨੂੰ ਸਿੱਖਣਾ ਚਾਹੁੰਦੀ ਹਾਂ, ਸਮਝਣਾ ਚਾਹੁੰਦੀ ਹਾਂ ਪੋਲੀਟਿਕਸ ਬਾਰੇ, ਮੇਨ ਸਟਰੀਮ ਪੋਲੀਟਿਕਸ ਬਾਰੇ, ਤੇ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਜਦ ਸਮਝ ਆਊਗੀ ਫਿਰ ਆਪਣੇ ਆਪ ਮੈਨੂੰ ਲੱਗਦਾ ਮੈਨੂੰ ਡਿਸੀਜਨ ਹੋ ਜਾਊਗਾ ਕਿ ਮੈਂ ਕੀ ਕਰਨਾ। ਅੱਛਾ ਕਰਨ, ਇੱਕ ਬੜੀ ਵੱਡੀ ਗੱਲ ਸੀਗੀ ਜਦੋਂ ਇਹ ਚੋਣ ਹੁੰਦੇ ਨੇ ਤਾਂ ਉਸ ਵਿੱਚ ਜ਼ਿਕਰ ਹੁੰਦਾ ਹੈ ਕਿ ਇਲਜ਼ਾਮ ਲੱਗਦੇ ਸੀ ਕਿਸੇ ਪਾਰਟੀ ਤੇ ਕਿ ਇਹ ਪਾਰਟੀ ਸੰਗੀਤ ਢਾਂਚੇ ਦੀ ਪਾਰਟੀ ਹੈਗੀ ਆ, ਇਹ ਸਿਖਾਉਂਦੇ ਨੇ ਹਿੰਦੂਤਵ ਦੀ ਗੱਲ ਕਰਦੇ ਨੇਗੇ, ਕਿਸੇ ਸਾਥ 'ਚ ਇਹ ਚੱਕਰ ਤੇ ਨਹੀਂ ਹੈਗਾ ਕਿ ਗੱਲ ਹੀ ਇੱਕ ਧਰਮ ਦੀ ਕਰਨੀ ਹੈ, ਇੱਕ ਧਰਮ ਵਾਲੇ ਪਾਸੇ ਚੱਲ? ਨਹੀਂ ਦੇਖੋ ਜੀ, ਅਸੀਂ ਇਹ ਪਹਿਲੇ ਦਿਨ ਤੋਂ ਇਹ ਗੱਲ ਨੂੰ ਲੈ ਕੇ ਬੜੇ ਕਲੀਅਰ ਹਾਂ ਕਿ ਅਸੀਂ ਨਾ ਐਕਸਟ੍ਰੀਮ ਲੈਫਟ ਚੱਲਦੇ ਹਾਂ ਨਾ ਅਸੀਂ ਐਕਸਟ੍ਰੀਮ ਰਾਈਟ ਚੱਲਦੇ ਹਾਂ, ਅਸੀਂ ਵਿਚਾਲੇ ਰਹਿ ਕੇ ਜੋ ਸਾਡੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਸਰਬੱਤ ਦੇ ਭਲੇ ਦਾ ਸਾਂਝੀ ਵਾਲਤਵਾ ਦਾ, ਅਸੀਂ ਉਹਦੇ ਤੇ ਪਹਿਰਾ ਦਿੰਦੇ ਹਾਂ। ਸੋ ਸਾਡੇ 'ਚ ਇਹ ਨਹੀਂ, ਅਸੀਂ ਆਪ ਸਿੱਖ ਪਰਿਵਾਰਾਂ 'ਚ ਹੁੰਦੇ ਹਾਂ, ਅਸੀਂ ਆਪਦੇ ਧਰਮ ਦੀ ਗੱਲ ਕਰਦੇ ਹਾਂ, ਪਰ ਅਸੀਂ ਨਾਲ ਦੀ ਨਾਲ ਜਿਹੜੇ ਕੋਈ ਹੋਰ ਧਰਮ ਜਾਂ ਕਿਸੇ ਵਰਗ ਦੇ ਲੋਕ ਅਸੀਂ ਉਹਨਾਂ ਨੂੰ ਵੀ ਸਪੇਸ ਦੇਣੀ ਚਾਹੁੰਦੇ ਹਾਂ, ਅਸੀਂ ਉਹਨਾਂ ਨੂੰ ਦਿੰਦੇ ਹਾਂ ਵੀ ਤੁਸੀਂ ਆ ਕੇ ਆਪਦੀ ਗੱਲ ਰੱਖੋ, ਆਪਦੀ ਤੁਸੀਂ ਜੋ ਪ੍ਰੈਕਟਿਸ ਕਰਨਾ ਚਾਹੁੰਦੇ ਇੱਥੇ ਆ ਕੇ ਕਰੋ।
ਅੱਛਾ, ਮੰਨਦੇ ਹੋ ਕਿ ਕਿਤੇ ਨਾ ਕਿਤੇ ਇਸ ਇਲੈਕਸ਼ਨ ਦੇ ਵਿੱਚ ਮਨਸ਼ਾ ਚੇਂਜ ਹੋਈ ਸੀ ਕਿ ਪੋਲੀਟੀਕਲ ਛੋੜ ਕੇ ਸਟੂਡੈਂਟਸ ਵਿੰਗਸ ਨੂੰ ਜਾਂ ਸਟੂਡੈਂਟਸ ਯੂਨੀਅਨਸ ਨੂੰ ਕਿਤੇ ਨਾ ਕਿਤੇ ਭਰੋਸਾ ਜਤਾਓ ਸਟੂਡੈਂਟਾਂ ਦੇ ਵਿੱਚ? ਨਹੀਂ, ਇਹ ਬਿਲਕੁਲ ਹੋਇਆ ਵਾ ਜੀ। ਇਹ ਵੈਸੇ ਆਪਾਂ ਦੇਖੀਏ ਆਲ ਓਵਰ ਹੀ ਟ੍ਰੈਂਡ ਇਹ ਆ ਕਿ ਜੋ ਪੋਲੀਟੀਕਲ ਲੋਕ ਆ, ਜੋ ਪੋਲੀਟੀਕਲ ਪਾਰਟੀਆਂ ਆ, ਉਹ ਆਪਦੀ ਕ੍ਰੈਡੀਬਿਲਿਟੀ ਬਹੁਤ ਵੱਡੇ ਲੈਵਲ ਤੇ ਗਵਾ ਚੁੱਕੇ ਆ। ਜੇ ਆਪਾਂ ਪੰਜਾਬ 'ਚ ਵੀ ਗੱਲ ਕਰੀਏ ਤਾਂ ਜੋ ਵੋਟਸ ਦੀ ਹੈ ਨਾ ਆਪਾਂ ਟਰਨ ਆਊਟ ਹੁੰਦੀ ਆ, ਜੋ ਟੋਟਲ ਵੋਟਸ ਪੋਲ ਹੁੰਦੇ ਆ, ਉਹ ਆਏ ਇਲੈਕਸ਼ਨ ਘਟਦੇ ਜਾ ਰਹੇ ਆ। ਸੋ ਇਹ ਆਪਾਂ ਨੂੰ ਸੋਚਣ ਦੀ ਲੋੜ ਆ ਵੀ ਇਹ ਕਾਰਨ ਇਹਨਾਂ ਦੇ ਪਤਾ ਕਰਨ ਦੀ ਲੋੜ ਆ। ਸੋ ਮੈਨੂੰ ਇਹ ਲੱਗਦਾ ਕਿ ਇਹ ਪਾਰਟੀਆਂ ਨੇ ਬਹੁਤ ਆਪਦੀ ਕ੍ਰੈਡੀਬਿਲਿਟੀ ਗਵਾ ਚੁੱਕੇ ਆ। ਤਾਂ ਇੱਥੇ ਯੂਨੀਵਰਸਿਟੀ 'ਚ ਤਾਂ ਇਸ ਵਾਰ ਵੀ ਲੋਕਾਂ ਨੇ, ਸਟੂਡੈਂਟਸ ਨੇ, ਜੋ ਸਟੂਡੈਂਟ ਆਰਗੇਨਾਈਜੇਸ਼ਨਸ ਆ, ਉਹਨਾਂ ਨੂੰ ਮੌਕਾ ਦੇਣ ਦੀ ਕੋਸ਼ਿਸ਼ ਕੀਤੀ ਆ। ਸੋ ਅੱਛਾ, ਅਖੀਰ ਦੇ ਵਿੱਚ ਜੇਕਰ ਅਮਨੀਕ ਜਾਣਨਾ ਚਾਹੀਏ, ਕੌਂਸਲ ਬਣ ਗਏ, ਹੁਣ ਸਾਂਭ ਵੀ ਲੈਣੀ ਹੈ 2-4 ਦਿਨਾਂ ਦੇ ਵਿੱਚ, ਪਹਿਲਾ ਮੁੱਦਾ ਕੀ ਹੈਗਾ ਜਿਸ ਨੂੰ ਸਭ ਤੋਂ ਪਹਿਲਾਂ ਹੱਲ ਕਰਨਾ? ਸਭ ਤੋਂ ਪਹਿਲਾਂ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰਾ ਹੀ ਕੋਈ ਮਕਸਦ ਹੋਊਗਾ ਕਿ ਜਿਹੜਾ ਰਿਸਰਚ ਸਕਾਲਰਸ ਦਾ ਗ੍ਰੀਵੈਂਸ ਸੈੱਲ ਹੈ ਉਹ ਇੰਟਰੋਡਿਊਸ ਹੋਣਾ ਚਾਹੀਦਾ ਹੈ, ਕਿਉਂਕਿ ਰਿਸਰਚ ਸਕਾਲਰਸ ਨੂੰ ਬਹੁਤ ਜ਼ਿਆਦਾ ਐਕਸਪਲੋਇਟੇਸ਼ਨ ਫੇਸ ਕਰਨੀ ਪੈ ਰਹੀ ਹੈ ਪਿਛਲੇ ਕਾਫੀ ਸਾਲਾਂ ਤੋਂ, ਕਿਉਂਕਿ ਐਬਸੋਲੂਟ ਪਾਵਰ ਇਜ਼ ਟੂ ਦੀ ਗਾਈਡ। ਸੋ ਇਹ ਇੱਕ ਮੁੱਦਾ ਸਭ ਤੋਂ ਜ਼ਿਆਦਾ ਕੀਮਤੀ ਹੈ। ਹੋਰ ਕਿਹੜੇ ਨਾਲ ਰੱਖੋਗੇ, ਕਿਉਂਕਿ ਗਰਲਸ ਦਾ ਜਿਸ ਤਰੀਕੇ ਨਾਲ ਵੋਟ ਪਰਸੈਂਟੇਜ ਉਸ ਤਰੀਕੇ ਨਾਲ ਸਮੱਸਿਆ ਵੀ ਨਹੀਂ ਗਈ, ਉਹਨਾਂ ਸਮੱਸਿਆਵਾਂ ਦੇ ਵਿੱਚ ਕਿਹੜਾ ਮੁੱਦਾ ਸਭ ਤੋਂ ਜ਼ਰੂਰੀ ਹੈ ਗਰਲਸ ਦੇ ਲਈ? ਕੁੜੀਆਂ ਦੇ ਲਈ ਇੱਕ ਸਭ ਤੋਂ ਵੱਡਾ ਇੱਕ ਮਸਲਾ ਹੁੰਦਾ ਹੈ ਸਿਕਿਉਰਿਟੀ, ਜਿਹੜੀ ਸਾਊਥ ਕੈਂਪਸ ਦੇ ਵਿੱਚ ਹੈ। ਸਾਊਥ ਕੈਂਪਸ ਦੇ ਵਿੱਚ ਜਿਹੜੀ ਸਿਕਿਉਰਿਟੀ ਉੱਥੇ ਨੋ ਡਾਊਟ ਨੈਕ ਦੇ ਕਾਰਨ ਕੈਮਰਾਸ ਲੱਗੇ ਨੇ, ਪਰ ਗਰਲਸ ਹੋਸਟਲ ਦੇ ਆਸ-ਪਾਸ ਵਾਲਾ ਜਿਹੜਾ ਏਰੀਆ ਉਹ ਬਿਲਕੁਲ 25 ਸੈਕਟਰ ਕਾਲੋਨੀ ਦੇ ਨਾਲ ਲੱਗਦਾ ਹੈ, ਤੇ ਉੱਥੇ ਲਾਈਟਿੰਗ ਵੀ ਘੱਟ ਹੈ। ਤੇ ਇਸ ਲਈ ਕੁੜੀਆਂ ਨੂੰ ਜਦੋਂ ਰਾਤ ਨੂੰ ਜੇ ਉਹਨਾਂ ਨੇ ਕਿਸੇ ਨੇ ਵਾਕ ਤੇ ਜਾਣਾ ਹੋਏ, ਉਹਨਾਂ ਨੂੰ ਥੋੜਾ ਜਿਹਾ ਅਨਕੰਫਰਟੇਬਲ ਫੀਲ ਹੁੰਦਾ, ਤੇ ਈਵਨ ਉਸ ਦੀ ਜਿਹੜੀ ਦੀਵਾਰ ਹੈ ਉਸ ਦੇ ਨਾਲ ਵਾਲੀ, ਉਹ ਵੀ ਬਹੁਤ, ਉਸਦੀ ਹਾਈਟ ਜ਼ਿਆਦਾ ਨਹੀਂ ਹੈ, ਤਾਂ ਐਟਲੀਸਟ ਉੱਥੇ ਫੈਂਸਿੰਗ ਹੋਣੀ ਜ਼ਰੂਰਤ ਹੈ। ਤੇ ਇੱਕ ਹੋਰ ਗੱਲ, ਜਿਹੜੀ ਜਦੋਂ ਅਸੀਂ ਗਰਲਸ ਹੋਸਟਲ ਦੇ ਵਿੱਚ ਜਾਂਦੇ ਸੀ ਤਾਂ ਸਾਨੂੰ ਪਤਾ ਲੱਗਿਆ ਕਿ ਉੱਥੇ ਚਲੋ ਫੂਡ ਦਾ ਸਟੈਂਡਰਡਾਈਜੇਸ਼ਨ ਆਫ ਫੂਡ, ਸੈਨੀਟੇਸ਼ਨ, ਇਹ ਸਭ ਚੀਜ਼ਾਂ ਦੇ ਮਸਲੇ ਹੁੰਦੇ ਨੇ, ਪਰ ਜਿਹੜੇ ਹੁਣ ਜਦੋਂ ਅਸੀਂ ਇਹ ਜਿਹੜਾ ਗਰਲਸ ਹੋਸਟਲ 3, 4, 5, 6, 7 ਇਹ ਪੂਰਾ ਜਿੰਨਾ ਰੋ ਹੈ, ਉਹਦੇ ਵਿੱਚ ਹੁਣ ਸਾਨੂੰ ਪਤਾ ਲੱਗਿਆ ਸੀ ਕਿ ਜਦੋਂ ਸਰਦੀਆਂ ਦਾ ਟਾਈਮ ਹੁੰਦਾ ਤਾਂ ਕਈ ਵਾਰੀ ਜਦੋਂ ਉਸ ਟਾਈਮ ਤੇ ਸਾਰੇ ਕਾਫੀ ਬਿਮਾਰ ਹੋ ਜਾਂਦੇ ਨੇ, ਤਾਂ ਫਿਰ ਇੱਥੇ ਮੈਸ ਵਗੈਰਾ, ਕੈਂਟੀਨ ਵਗੈਰਾ ਬੰਦ ਹੋ ਜਾਂਦੀ ਹੈ, ਤਾਂ ਫਿਰ ਰਾਤ ਨੂੰ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਬਚਦਾ ਕਿ ਜੇ ਉਹਨਾਂ ਨੇ ਚਾਹ ਪੀਣੀ ਹੈ ਜਾਂ ਕੌਫੀ ਪੀਣੀ ਹੈ ਤਾਂ ਕਿੱਥੇ ਜਾਣਗੇ। ਉਹ ਇੱਕੋ ਇੱਕ ਆਪਸ਼ਨ ਬਚਦਾ ਹੈ, ਬਿਲਕੁਲ ਨੈਸਕੈਫੇ ਜੋ ਇੱਥੇ ਹੈਗੇ ਆਪਣੇ ਲਾਇਬ੍ਰੇਰੀ ਦੇ ਸਾਹਮਣੇ, ਤਾਂ ਉਹਨਾਂ ਨੂੰ ਰਾਤ ਨੂੰ ਇੰਨੀ ਦੂਰ ਜਾਣਾ ਔਖਾ ਲੱਗਦਾ। ਤਾਂ ਉਸ ਲਈ ਐਟਲੀਸਟ ਇੱਕ ਅਜਿਹਾ ਇੱਕ ਸ਼ਾਪ ਇਸਟੈਬਲਿਸ਼ ਹੋ ਜਾਏ, ਜਿਵੇਂ ਇੰਨੇ ਸਾਰੇ ਹੋਸਟਲਸ ਨੇ ਇਕੱਠੇ, ਇੱਕ ਸੈਂਟਰਿਕ ਜਗ੍ਹਾ 'ਤੇ ਹੋ ਜਾਏ ਜੋ ਰਾਤ ਨੂੰ ਚੱਲੇ, ਠੀਕ ਹੈ, ਤਾਂ ਕਿ ਉਹਨਾਂ ਨੂੰ ਇੱਕ ਜਿੱਥੇ ਸਪੈਸੀਫਿਕਲੀ ਬਸ ਇੱਕ ਟੀ ਤੇ ਕਾਫੀ ਉਹਨਾਂ ਨੂੰ ਮਿਲੇ, ਪ੍ਰੋਵਾਈਡ ਹੋ ਜਾਏ, ਤਾਂ ਕਿ ਉਹ ਇੱਕ ਜਿਹੜੀ ਪ੍ਰੋਬਲਮ ਹੈ ਉਹ ਉਹਨਾਂ ਨੂੰ ਫੇਸ ਨਾ ਕਰਨੀ ਪਏ। ਬਹੁਤ ਧੰਨਵਾਦ, ਤੇ ਬਿਲਕੁਲ ਉਮੀਦ ਵੀ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਸਟੂਡੈਂਟਸ ਨੇ ਤੁਹਾਡੇ ਤੇ ਭਰੋਸਾ ਜਤਾਇਆ ਤੇ ਤੁਸੀਂ ਉਸ ਉਮੀਦਾਂ ਦੇ ਉੱਪਰ ਖੜੇ ਵੀ ਉਤਰੋ। ਮੰਨਦੇ ਹਾਂ ਕਿ ਜਿਸ ਗਰਾਊਂਡ ਤੇ ਅਸੀਂ ਬੈਠੇ ਹਾਂ ਤੇ ਅਸੀਂ ਇਸ ਗਰਾਊਂਡ ਤੇ ਅਗਲੀ ਵਾਰ ਸਾਨੂੰ ਮਿਲੋ, ਔਰ ਸਟੂਡੈਂਟ ਜਿਨ੍ਹਾਂ ਦੀ ਸਭ ਤੋਂ ਵੱਡੀ ਮੰਗ ਹੁੰਦੀ ਕਿ ਸਾਡਾ ਪ੍ਰਧਾਨ ਸਾਡੇ ਵਿਚਕਾਰ ਰਵੇ, ਤੇ ਉਹ ਜ਼ਰੂਰ ਤੁਹਾਡੀ ਪੂਰੀ ਹੋਵੇ। ਤੇ ਬਿਲਕੁਲ ਮੰਗ ਦੀ ਜੇਕਰ ਜ਼ਿਕਰ ਕੀਤਾ ਜਾਵੇ, ਜਿਸ ਤਰੀਕੇ ਨਾਲ ਮੈਨੀਫੈਸਟੋ ਵੰਡਿਆ ਸੀ, ਜਿਸ ਤਰੀਕੇ ਨਾਲ ਮੰਗਾਂ ਰੱਖਿਆ ਸੀ ਕਿ ਜਦੋਂ ਵੀ ਅਸੀਂ ਬਣਾਂਗੇ ਤਾਂ ਆਹ ਕੰਮ ਕਰਾਂਗੇ, ਤੇ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਕੰਮਾਂ ਦੇ ਉੱਪਰ ਪਹਿਰਾ ਦਿੰਦੇ ਹੋਏ ਵੀ ਨਜ਼ਰ ਆਉਣਗੇ। ਕੈਮਰਾਮੈਨ ਅਜੀਤ ਨਾਲ ਨਵਪ੍ਰੀਤ ਸਿੰਘ ਲਈ, ਇੰਡੀਅਨ ਨਿਊਜ਼ ਚੰਡੀਗੜ੍ਹ।